ਅਸਲਾਮ ਵਾਲੇਕੁਮ। ਹਾਂਜੀ, ਕੀ ਹਾਲ ਨੇ ਸਾਰੇ ਦੋਸਤਾਂ ਦਾ? ਠੀਕ ਹੋ? ਅੱਜ ਤਹਿਸੀਲ ਕੰਪਲੈਕਸ ਪਿੰਡੀ ਭੱਟੀਆਂ ਦੇ ਵਿੱਚ ਸੈਲਾਬ ਜ਼ਿਆਦਾ ਮੁਤਾਸਰਾ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਕਿਸਾਨਾਂ ਦੀ ਫਸਲ ਡੈਮੇਜ ਹੋਈ ਹੈ ਜਾਂ ਖਰਾਬ ਹੋਈ ਹੈ, ਉਹਨਾਂ ਨੂੰ ਹਕੂਮਤ ਪੰਜਾਬ ਦੀ ਤਰਫੋਂ ਜਿਹੜਾ ਉਹਨਾਂ ਦਾ ਮੁਆਵਜ਼ਾ ਹੈ ਉਹ ਮਿਲ ਰਿਹਾ ਸੀ। ਅਸੀਂ ਇੱਥੇ ਆਏ ਹਾਂ, ਵਿਜ਼ਿਟ ਕੀਤਾ, ਲੇਕਿਨ ਉਹਦੇ ਵਿੱਚ ਕੁਝ ਕਿਸਾਨਾਂ ਨੂੰ ਸ਼ਿਕਾਇਤਾਂ ਕੀਤੀਆਂ ਨੇ ਵੀ ਸਾਡੇ ਜੀ ਪੈਸੇ ਇਤਨੀ ਫਸਲ ਤਬਾਹ ਹੋਈ ਹੈ, ਸਾਨੂੰ ਇੰਨੇ ਪੈਸੇ ਮਿਲੇ ਨੇ। ਉਸ ਹਵਾਲੇ ਨਾਲ ਸਾਡੇ ਨਾਲ ਅਸਿਸਟੈਂਟ ਕਮਿਸ਼ਨਰ ਪਿੰਡੀ ਭੱਟੀਆਂ ਜਵਾਦ ਸਨ ਮਲਕ ਮੌਜੂਦ ਨੇ। ਅਸੀਂ ਇਸ ਹਵਾਲੇ ਨਾਲ ਇਹਨਾਂ ਨਾਲ ਗੱਲ ਕਰਨੇ ਆ ਜੀ। ਅਸਲਾਮ ਵਾਲੇਕੁਮ ਵਾਲੇकुम सलाम। ਜੀ ਸਰ, ਮਾਸ਼ਾਅੱਲਾ ਅਸਾਂ ਵਿਜ਼ਿਟ ਕੀਤਾ ਹੈ। ਜਿਹੜਾ ਨਜ਼ਮੋ ਜ਼ਬਤ ਹੈ ਜਾਂ ਦੂਸਰਾ ਦੇਣ ਦਾ ਤਰੀਕਾ ਉਹ ਬਿਲਕੁਲ ਮਾਸ਼ਾਅੱਲਾ ਠੀਕ ਹੈ, ਲੇਕਿਨ ਇੱਕ ਕਿਸਾਨਾਂ ਦੀਆਂ ਨੇ ਤੋਂ ਅਕਸਰ ਸ਼ਿਕਾਇਤਾਂ ਵਿੱਚ ਮਿਲੀਆਂ ਨੇ ਵੀ ਬਿਲਫਰਜ਼ ਸਾਡੀ 10 ਏਕੜ ਜ਼ਮੀਨ ਹੈ, ਉਸ ਦਾ ਮੁਆਵਜ਼ਾ ਸਾਨੂੰ ਮਿਲਣਾ ਸੀ 20,000 ਦੇ ਹਿਸਾਬ 2 ਲੱਖ, ਲੇਕਿਨ ਉਹ ਸਾਨੂੰ 80,000 ਜਾਂ ਲੱਖ ਰੁਪਈਆ 1,20,000 ਮਿਲੇ। ਉਸ ਦਾ ਕੀ ਮਾਮਲਾ ਹੈ ਜੀ? ਅੱਛਾ, ਇਸ ਵਿੱਚ ਪਹਿਲੀ ਗੱਲ ਤੇ ਇਹ ਵੇ, ਸ਼ੁਕਰੀਆ ਤੁਸੀਂ ਲੋਕ ਤਸ਼ਰੀਫ ਲਿਆਏ। ਤੇ ਚੂੰਕਿ ਚੀਫ ਮਿਨਿਸਟਰ ਪੰਜਾਬ ਦੀ ਹਿਦਾਇਤ ਸਨ ਕਿ ਜਿਹੜੇ ਵੀ ਫਲੱਡ ਅਫੈਕਟਡ ਏਰੀਆਜ਼ ਨੇ ਉੱਥੇ ਸਭ ਤੋਂ ਪਹਿਲੇ ਅਸੀਂ ਫਲੱਡ ਅਸੈਸਮੈਂਟ ਸਰਵੇ ਕੰਡਕਟ ਕੀਤਾ। ਉਸ ਵਿੱਚ ਰੈਵਨਿਊ, ਪਾਕਿਸਤਾਨ ਆਰਮੀ, ਐਗਰੀਕਲਚਰ, ਲਾਈਵ ਸਟਾਕ ਦੀਆਂ ਟੀਮ ਸ਼ਾਮਿਲ ਸਨ। ਸਾਡੇ ਤਹਿਸੀਲ ਪਿੰਡੀ ਭੱਟੀਆਂ ਦੇ 91 ਮਵਾਜ਼ਿਆਤ ਨੇ ਜਿਹੜੇ ਬੜੇ ਹੈਵੀਲੀ ਜਿਹੜੇ ਨੇ ਡੈਮੇਜ ਹੋਏ ਸਨ। ਉਸ ਤੋਂ ਬਾਅਦ ਅਸੀਂ ਇਹ ਪੂਰਾ ਡਾਟਾ ਕਲੈਕਟ ਕੀਤਾ। ਉਸ ਵਿੱਚ ਮੈਂ ਤੁਹਾਨੂੰ ਕੁਝ ਗੁਜ਼ਾਰਿਸ਼ਾਤ ਦੱਸਣਾ ਚਾਹੁੰਦਾ ਕਿ ਫੋਰ ਐਗਜ਼ਾਮਪਲ ਇੱਕ ਬੰਦੇ ਦੇ ਨਾਂ 'ਤੇ ਜਿਤਨੀ ਜ਼ਮੀਨ ਹੈ ਉਸ ਨੂੰ ਉਤਨੇ ਹੀ ਪੈਸੇ ਮਿਲਣਗੇ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੈਸਿਆਂ ਦੇ ਹਵਾਲੇ ਨਾਲ, ਇਹ ਡਿਸੀਜਨ ਜਿਹੜਾ ਨਾ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕੀਤਾ ਹੈ। ਜੋ ਉਹਨਾਂ ਨੇ ਫਾਰਮੂਲਾ ਬਣਾਇਆ ਉਸ ਦੇ ਮੁਤਾਬਿਕ ਉਹਨਾਂ ਨੂੰ ਮੈਸੇਜ ਵੀ ਆਏ ਨੇ ਲੋਕਾਂ ਨੂੰ, ਉਹਨਾਂ ਦੇ ਜਿਹੜੇ ਡਿਸਬਰਸਮੈਂਟ ਹੋ ਰਹੀ ਹੈ ਉਸ ਦੇ ਉੱਤੇ ਉਹਨਾਂ ਨੂੰ ਜਿਹੜਾ ਕਾਰਡ ਮਿਲ ਰਿਹਾ ਹੈ ਉਸ ਦੇ ਉੱਤੇ ਵੀ ਪੈਸੇ ਮੈਂਸ਼ਨ ਨੇ। ਤੇ ਇਹ ਇਨਸ਼ਾਅੱਲਾ ਕੋਈ ਇਸ ਵਿੱਚ ਪਰੇਸ਼ਾਨੀ ਦੀ ਗੱਲ ਨਹੀਂ। ਜੋ ਗਵਰਨਮੈਂਟ ਡਿਸਾਈਡ ਕਰੇਗੀ ਅਕਰੋਸ ਦਾ ਬੋਰਡ ਸਾਰੇ ਲੋਕਾਂ ਨੂੰ ਉਤਨੇ ਹੀ ਪੈਸੇ ਮਿਲਣਗੇ। ਅੱਛਾ, ਅੱਜ ਅਕਸਰ ਜਿਹੜੇ ਪੈਸੇ ਨਾ ਉਹ ਇੱਕ ਬਿਲਫਰਜ਼ ਅੱਧੇ ਪਿੰਡਾਂ ਦੇ ਅਫਰਾਦ ਨੂੰ ਕਿਸਾਨਾਂ ਨੂੰ ਮਿਲਿਆ ਮੈਸੇਜ ਜਾਂ ਨਹੀਂ ਮਿਲਿਆ, ਕਿਆ ਕਿਸ ਤਰ੍ਹਾਂ ਦੇ ਹਿਸਾਬ ਆਉਂਦੇ ਜਾਂ ਕਿਸ ਤਰ੍ਹਾਂ, ਜਾਂ ਅੱਜ ਇੱਕ ਦਿਨ ਹੀ ਆ ਕੇ ਖਤਮ ਹੋ ਜਾਏਗਾ ਇਹ ਸਿਸਟਮ? ਬਹੁਤ ਅੱਛਾ ਕੁਐਸਚਨ ਹੈ ਬਾਬਾ ਸ਼ੇਰ ਸਾਹਿਬ ਤੁਹਾਡਾ। ਇਸ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਜਿਹੜਾ 700 ਲੋਕਾਂ ਦਾ ਸਾਡੇ ਕੋਲ ਡਾਟਾ ਆਇਆ ਸੀ, ਉਹ 700 ਲੋਕਾਂ ਨੂੰ ਅੱਜ ਜਿਹੜਾ ਹੈ ਨਾ ਕੰਪਨਸੇਸ਼ਨ ਮਿਲੇਗੀ, ਪੈਸੇ ਡਿਸਟਰੀਬਿਊਟ ਹੋਣਗੇ। ਠੀਕ ਹੈ, ਇਹ ਰੋਜ਼ਾਨਾ ਦੀ ਬੁਨਿਆਦ ਤੇ ਸਾਨੂੰ ਡਾਟਾ ਆਉਂਦਾ ਜਾਏਗਾ। ਤੇ ਜਿਨ੍ਹਾਂ ਲੋਕਾਂ ਦੇ ਕੇਸਿਸ ਨੇ ਤੇ ਉਹਨਾਂ ਨੇ ਜਿਹੜੇ ਫੋਨ ਨੰਬਰ ਆਪਣੇ ਮੋਬਾਈਲ ਨੰਬਰਸ ਦਿੱਤੇ ਹੋਏ ਸਨ, ਉਹਨਾਂ ਮੋਬਾਈਲ ਨੰਬਰ ਤੇ ਗਵਰਨਮੈਂਟ ਦੀ ਤਰਫੋਂ ਮੈਸੇजेस ਆ ਜਾਣਗੇ। ਤੇ ਰਿਕੁਐਸਟ ਇਹ ਵੇ ਕਿ ਸਿਰਫ ਉਹੀ ਲੋਕ ਹੀ ਇੱਥੇ ਤਸ਼ਰੀਫ ਲਿਆਉਣ, ਖਾਮਖਾਹ ਦਾ ਰਸ਼ ਬਣਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਲੋਕ ਮੈਸੇਜ ਆਏ ਜਿਨ੍ਹਾਂ ਨੂੰ, ਉਹ ਆਪਣਾ ਸ਼ਨਾਖਤੀ ਕਾਰਡ ਨੰਬਰ ਲੈ ਕੇ ਆ ਜਾਣ। ਤੇ ਮਜ਼ੀਦ ਇੱਥੇ ਜਦੋਂ ਏਸੀ ਕੰਪਲੈਕਸ ਆਣਗੇ ਤੇ ਇੱਥੇ ਆ ਕੇ ਇੱਕ ਐਫੀਡੇਵਿਟ ਇੱਥੋਂ ਮਿਲ ਜਾਏਗਾ। ਉਹ ਐਫੀਡੇਵਿਟ ਉਹਨਾਂ ਨੂੰ ਸਾਈਨ ਕਰਨਾ ਹੋਏਗਾ ਤੇ ਉਹ ਜਮ੍ਹਾਂ ਕਰਾਉਣਾ ਹੋਏਗਾ। ਤੇ ਅਸੀਂ ਬੜਾ ਅੱਛਾ ਇੰਤਜ਼ਾਮ ਕੀਤਾ, ਤੁਸੀਂ ਵੇਖਿਆ ਹੋਏਗਾ। ਸਾਡੇ ਕੋਲ ਜਿਹੜੇ ਲੋਕ ਆ ਰਹੇ ਨੇ ਮੁਤਾਸਿਰੀਨ, ਅਸੀਂ ਉਹਨਾਂ ਨੂੰ ਖੁਰਾਕ ਇੱਥੇ ਦੇ ਰਹੇ ਹਾਂ, ਪਾਣੀ ਦੀ ਸਹੂਲਤ ਰੱਖੀ ਹੋਈ ਹੈ, ਕੋਲਡ ਡਰਿੰਕਸ ਤੇ ਜੂਸਿਸ ਉਹਨਾਂ ਨੂੰ ਅਸੀਂ ਪਿਵਾ ਰਹੇ ਹਾਂ। ਤੇ ਬੜੇ ਇੱਜ਼ਤ ਦੇ ਨਾਲ ਅਸੀਂ ਆਪਣੇ ਲੋਕਾਂ ਨੂੰ, ਕਿਸੇ ਨੂੰ ਖੜਾ ਕਰਨ ਦੀ ਅਸੀਂ ਇਜਾਜ਼ਤ ਨਹੀਂ ਦਿੱਤੀ ਹੋਈ। ਜਿਹੜਾ ਵੀ ਸਾਡੇ ਕੋਲ ਆਏ, ਖਵਾਤੀਨ, ਬਜ਼ੁਰਗ, ਬੱਚੇ ਆਣ, ਅਸੀਂ ਉਹਨਾਂ ਵਾਸਤੇ ਬੜਾ ਅੱਛਾ ਸਿਟਿੰਗ ਅਰੇਂਜਮੈਂਟ ਕੀਤੇ ਹੋਏ ਤਾਂ ਕਿ ਇੱਥੇ ਆਣ ਤੇ ਇੱਜ਼ਤ ਦੇ ਨਾਲ ਇੱਥੋਂ ਵਾਪਸ ਜਾਣ। ਅੱਛਾ, ਫਿਲਹਾਲ ਜਿਤਨੇ ਵੀ ਇੱਥੇ ਮੁਤਾਸਰੀਨ ਆਏ ਨੇ ਉਹ ਫਸਲਾਂ ਦੇ ਡੈਮੇਜ ਦੇ ਹਵਾਲੇ ਨਾਲ ਹੀ ਆਏ ਨੇ, ਲੇਕਿਨ ਬਾਕੀ ਮਕਾਨ ਜਾਂ ਜਾਨਵਰਾਂ ਦਾ ਕੀ ਅਸਰ ਹੈ? ਜਿਸ ਤਰੀਕੇ ਨਾਲ ਮੈਂ ਕੇਸਿਸ ਅਪਰੂਵ ਕਰਕੇ ਭੇਜੇ ਨੇ ਨਾ, ਕਿਉਂਕਿ ਅਸੀਂ ਇਨੀਸ਼ੀਅਲੀ ਸਭ ਤੋਂ ਪਹਿਲੇ ਆਪਣੇ ਕ੍ਰੌਪਸ ਦੇ ਕੇਸਿਸ ਭੇਜੇ ਨੇ ਤੇ ਕ੍ਰੌਪਸ ਦੇ ਲੋਕਾਂ ਦਾ ਡਾਟਾ ਪਹਿਲੇ ਆ ਰਿਹਾ ਹੈ। ਤੇ ਹੁਣ ਆਹਿਸਤਾ ਆਹਿਸਤਾ ਤੁਸੀਂ ਦੇਖੋਗੇ ਲਾਈਵ ਸਟਾਕ ਤੇ ਜਿਨ੍ਹਾਂ ਦੇ ਹਾਊਸ ਡੈਮੇਜ ਦੇ ਕੇਸਿਸ ਨੇ ਉਹ ਵੀ ਵਿੱਚ ਸ਼ਾਮਿਲ ਹੁੰਦੇ ਹੋਏ ਆਣਗੇ। ਅੱਛਾ, ਸਾਰੇ ਜਿਨ੍ਹਾਂ ਦੇ ਹਾਊਸ ਡੈਮੇਜ ਨੇ ਜਾਂ ਜਾਨਵਰ ਜਿਨ੍ਹਾਂ ਦੇ ਮਰੇ ਨੇ, ਜਾਨਵਰ ਤੇ ਅਸੀਂ ਡੈਮੇਜ ਨਹੀਂ ਨਾ ਕਹਿ ਸਕਦੇ, ਮਰੇ ਨੇ, ਬਾਕੀ ਜਾਨਵਰਾਂ ਦੀ ਜਿੰਨੀ ਫਿਕਸ ਫੀਸ 5 ਲੱਖ ਰੁਪਇਆ ਆਖਿਆ, ਕਿ 5 ਲੱਖ ਹੀ ਮਿਲੇਗਾ ਜਾਂ ਮਕਾਨਾਂ ਦਾ 10 ਲੱਖ ਜਾਂ 10 ਲੱਖ ਜਾਂ ਉਹਨਾਂ ਦਾ ਵੀ ਇਸੇ ਪਰਸੈਂਟਾਂ ਦੇ ਹਿਸਾਬ ਹੀ ਮਿਲਦਾ? ਜਿਹੜੀ ਹੈ ਨਾ ਇਹ ਡਿਸੀਜਨ ਪ੍ਰੋਵਿੰਸ਼ੀਅਲ ਕੈਬਨਿਟ ਨੇ ਕਰਨਾ ਹੈ ਤੇ ਕਿਸ ਕੇਸ ਨੂੰ ਕਿਤਨੇ ਪੈਸੇ ਮਿਲਣੇ ਨੇ। ਜੋ ਡਿਸੀਜਨ ਹੋਏਗਾ ਉਹ ਲਾਹੌਰ ਉਸ ਦੇ ਅਕੋਰਡਿੰਗਲੀ ਹੀ ਉਸ ਬੰਦੇ ਨੂੰ ਜਾਂ ਮੁਤਾਸਿਰਾ ਸ਼ਖਸ ਨੂੰ ਉਹ ਪੈਸੇ ਆ ਜਾਣਗੇ, ਉਸ ਦੇ ਅਕਾਊਂਟ ਵਿੱਚ ਕੈਸ਼ ਮਿਲ ਜਾਏਗਾ ਉਸਨੂੰ। ਅੱਛਾ ਸਰ, ਬਾਅਦ ਹਲਕਿਆਂ ਦੇ ਵਿੱਚ ਇਹ ਵੀ ਇਨਕਸ਼ਾਫ ਹੋ ਰਿਹਾ ਬਈ ਬਾਅਦ ਜਿੱਥੋਂ ਦੇ ਅਫਰਾਦ ਨੇ ਨਾ ਜਾਂ ਸਿਆਸੀ ਸਰੂਖ ਦੇ ਪਿੱਛੇ ਉੱਥੇ ਆਪਣੇ ਬੰਦਿਆਂ ਨੂੰ ਨਵਾਜ਼ਿਆ ਜਾ ਰਿਹਾ ਵੀ ਬਿਲਫਰਜ਼ ਜਿਨ੍ਹਾਂ ਦੀਆਂ ਫਸਲਾਂ ਨੇ ਉਹ ਵੀ ਆਪਣੇ ਨੇ, ਜਿਨ੍ਹਾਂ ਦੇ ਮਕਾਨ ਨੇ ਉਹ ਵੀ ਆਪਣੇ ਠੀਕ ਠਾਕ ਮਕਾਨ ਨੇ ਤੇ ਮੰਨਦੇ ਵੀ ਉਹ ਗਿਰੇ ਦੇ ਵਿੱਚ ਸ਼ੁਮਾਰ ਹੋਏ ਨੇ, ਲਿਖੇ ਨੇ। ਇਹਨਾਂ ਦੀ ਕੋਈ ਤਹਿਕੀਕਾਤ ਕਰਕੇ ਉਸ ਤੋਂ ਬਾਅਦ ਇਹਨਾਂ ਵੀ ਕੋਈ? ਜੀ ਬਿਲਕੁਲ, ਸਾਡੇ ਕੋਲ ਐਸੀਆਂ ਟਾਈਮ ਟੂ ਟਾਈਮ ਜਿਹੜੀਆਂ ਨੇ ਕੰਪਲੇਂਟਸ ਆਈਆਂ ਨੇ
ਮੈਂ ਉਹਨਾਂ ਨੂੰ ਪਰਸਨਲੀ ਵੈਰੀਫਾਈ ਵੀ ਕੀਤਾ ਹੈ। ਡਿਪਟੀ ਕਮਿਸ਼ਨਰ ਸਾਹਿਬ ਸਾਡੇ ਬੜੇ ਕੰਸਰਨ ਰਹਿੰਦੇ ਨੇ ਇਸ ਮਾਮਲੇ 'ਚ। ਮੈਂ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਰੈਵਨਿਊ ਸਾਹਿਬ ਅਸੀਂ ਖੁਦ ਵੀ ਫੀਲਡ ਵਿਜ਼ਿਟਸ ਕਰਦੇ ਹਾਂ, ਤੇ ਮੈਂ ਬਹੁਤ ਸਾਰੇ ਕੇਸਿਸ ਐਸੇ ਰਿਜੈਕਟ ਕੀਤੇ ਨੇ ਜਿੱਥੇ ਸਾਨੂੰ ਫੀਲ ਹੋਇਆ ਹੈ ਕਿ ਜਿਹੜਾ ਹੈ ਨਾ ਇਹ ਫਿਕਟੀਸ਼ੀਅਸ ਐਂਟਰੀਜ਼ ਨੇ। ਦੂਸਰਾ, ਮੈਂ ਲੋਕਾਂ ਤੋਂ ਵੀ ਅਪੀਲ ਕਰਨਾ ਚਾਹਾਂਗਾ, ਖੁਦਾਰਾ ਕੋਈ ਸ਼ਖਸ ਆਪਣਾ ਘਰ ਡੈਮੇਜ ਨਾ ਕਰੇ। ਸਾਨੂੰ ਕਾਫੀ ਜਗ੍ਹਾ ਤੋਂ ਇਹ ਕੰਪਲੇਂਟਸ ਆਈਆਂ ਨੇ ਕਿ ਲੋਕਾਂ ਨੇ ਆਪਣੇ ਘਰ ਦੀਵਾਰਾਂ ਕਮਰੇ ਖੁਦ ਗਿਰਾ ਦਿੱਤੇ ਨੇ ਸਿਰਫ ਇਸ ਵਾਸਤੇ ਕਿ ਗਵਰਨਮੈਂਟ ਦੀ ਉਹ ਇਮਦਾਦ ਹਾਸਿਲ ਕਰਨਾ ਚਾਹੁੰਦੇ ਨੇ। ਤੇ ਮੈਂ ਰਿਕੁਐਸਟ ਕਰਾਂਗਾ, ਪਲੀਜ਼ ਕੋਈ ਵੀ ਐਸਾ ਕੰਮ ਨਾ ਕਰੋ ਜਿਹੜਾ ਹੈ ਸਾਡਾ ਗਵਰਨਮੈਂਟ ਦਾ ਇਹ ਮੋਟੋ ਹੋਵੇ ਕਿ ਜਿਹੜਾ ਹੱਕਦਾਰ ਸ਼ਖਸ ਹੈ ਉਸ ਨੂੰ ਹੱਕ ਮਿਲਣਾ ਚਾਹੀਦਾ ਹੈ ਤੇ ਕਿਸੇ ਗਲਤ ਸ਼ਖਸ ਨੂੰ ਅਸੀਂ ਇਨਸ਼ਾਅੱਲਾ ਪੈਸੇ ਨਹੀਂ ਜਾਣ ਦੇਵਾਂਗੇ। जी जनाब, तुसा असिस्टेंट कमिश्नर जवाद साहब मलक की सारी गुफ्तगू सुनी है भी पैसे किसान नूं किस तरह मिलने, जिन्ना मकान डैमेज है उसनूं या जानवर जिन्हां दा मरे उसनूं किस तरह मिलने। बाकी जिन्हां दे हाली तक मैसेज वसूल नहीं आए वो परेशान होने की नहीं जरूरत। वो डेली दे 700 तहसील पिंडी भट्टियां दे डेली दा 700 अफराद नूं जिहड़ा मैसेज आना 700 अफराद नूं वो ATM कार्ड देन, भावें वो इत्थे नगद कैश की सूरत पैसे देने, लेकिन वो तरतीब वाज मरले वाइज उसका जरा वो अमल जारी रहेगा।